ਉਹ ਕਿਹੜਾ ਦੌਰ ਹੈ ਜਦੋਂ ਅਸੀਂ ਇੰਟੈਲੈਕਟ ਦੇ ਨਾਲ ਅਕਲ ਦੇ ਨਾਲ ਵੈਰ ਕਰਨਾ ਸਿੱਖਿਆ। ਔਰ ਇਸ ਸਾਰੇ ਚੋਂ ਜੇ ਸਰਦਾਰ ਕਪੂਰ ਸਿੰਘ ਉਹਨਾਂ ਦੀ ਸਾਚੀ ਸਾਖੀ ਉਹਨਾਂ ਦੀ ਜੀਵਨ ਕਹਾਣੀ ਨਹੀਂ ਹੈ, ਇਹ ਕੌਮ ਦੀ ਤਰਾਸਦੀ ਦੀ ਕਹਾਣੀ। ਤੇ ਜਿਸ ਨੇ ਲਿਬਰੇਸ਼ਨ ਦਵਾਈ, ਜਿਹਨੇ ਲਾਹੌਰ ਔਰ ਦਿੱਲੀ ਤੱਕ ਜਿਹੜੇ ਖਾਲਸੇ ਦਾ ਰਾਜ ਸਥਾਪਿਤ ਕੀਤਾ, ਉਹ ਦਲ ਖਾਲਸਾ ਸੀ। ਹੁਣ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਹਿਸਟਰੀ ਨੂੰ, ਜਿਵੇਂ ਜਦੋਂ ਮੈਂ ਸੰਤ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਾ, ਮੈਂ ਸਮਝਦਾ ਵੀ ਸਿੱਖ ਰਾਜ 1849 'ਚ ਅੰਗਰੇਜ਼ਾਂ ਦੇ ਭੇਟੇ ਪਿਆ। ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨੌਰੰਗਾਬਾਦ ਦੀ ਉਸ ਥਾਂ ਨਾਲ ਸੰਬੰਧਿਤ ਸਨ, ਉਹਨਾਂ ਨੇ ਸਿੱਧਾ ਸੰਘਰਸ਼ ਕੀਤਾ ਕਿ ਸਿੱਖ ਰਾਜ ਅਸੀਂ ਲੈਣਾ। ਭਾਈ ਮਹਾਰਾਜ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਪਹਿਲੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਧਾ ਫੋਕਸ ਜਿਹੜਾ ਉਹ ਸਿੱਖ ਰਾਜ ਤੇ ਕੀਤਾ। ਇਹ ਲਫ਼ਜ਼ ਦੁਹਰਾਇਆ ਜਾਂਦਾ ਕਿ ਖਾਲਸਾ ਜਾਂ ਸੋਵਰਨ ਹੈ ਜਾਂ ਸੋਵਰਨਟੀ ਲਈ ਲੜ ਰਿਹਾ। ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮੀ ਕਬੂਲਦਾ, ਜੋ ਗੁਲਾਮੀ ਨਹੀਂ ਕਬੂਲਦਾ ਉਹ ਗੁਲਾਮ ਨਹੀਂ ਹੈ। ਸੰਤ ਭਿੰਡਰਾਂਵਾਲਿਆਂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ, ਤੁਹਾਡੇ ਸਾਹਮਣੇ ਦਿੱਲੀ ਤਖਤ ਕੀ ਹੈ, ਤੁਸੀਂ ਇੱਕ ਵਾਰ ਗੁਰੂ ਦੇ ਉੱਤੇ ਸਿਦਕ ਭਰੋਸਾ ਰੱਖ ਕੇ ਤੁਰੋ। ਜਦੋਂ ਅਸੀਂ ਸੋਵਰਨਟੀ ਦੀ ਗੱਲ ਕਰਦੇ ਹਾਂ, ਪਾਤਸ਼ਾਹਤ ਦੀ, ਸਾਡੇ ਨਿਸ਼ਾਨ ਸਾਹਿਬ ਝੰਡੇ ਸੋਵਰਨ ਲੋਕਾਂ ਦੇ ਹੁੰਦੇ ਨੇ, ਨਗਾਰਾ। ਹੁਣ ਜਦੋਂ ਅਸੀਂ ਸਫ਼ਰ ਰਬਾਬ ਤੋਂ ਨਗਾਰੇ ਤੱਕ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਸ਼ਾਨ ਸਾਹਿਬ, ਨਗਾਰਾ ਤੇ 5 ਤੀਰਾਂ ਦੀ ਬਖਸ਼ਿਸ਼ ਜਿਹੜੀ ਹੈ ਉਹ ਕਰਕੇ ਤੋਰਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਗੁਰਦੁਆਰਾ ਸਿੰਘ ਸਭਾ ਗਲੈਨ ਰੌਕ ਨਿਊ ਜਰਸੀ ਵੱਲੋਂ ਸਾਡੇ ਸੰਘਰਸ਼ ਦੇ ਉਹਨਾਂ ਯੋਧਿਆਂ ਦੇ ਨਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਉਹ ਪੈੜ ਚਾਲ ਪਾਈ 70ਵਿਆਂ ਦੇ ਵਿੱਚ, ਜਿਸ ਦੇ ਉੱਤੇ 80ਵਿਆਂ 'ਚ ਖਾਸ ਤੌਰ 'ਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਜਦੋਂ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਬਚਨ ਕੀਤੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। 42 ਵਰ੍ਹਿਆਂ ਤੋਂ ਲਗਭਗ ਇਹ ਨੀਂਹ ਦੇ ਉੱਤੇ ਮਹਿਲ ਉਸਾਰਨ ਦਾ ਯਤਨ, ਜਿਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਭੰਨੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮੱਤਾ ਹੋਏ, ਮਾਣ ਮੱਤਾ ਹੋਏ। ਉਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਅਤੇ ਵੀਰ ਗੁਰਿੰਦਰਜੀਤ ਸਿੰਘ ਜੀ ਮਾਨਾ ਨੇ
ਜਿਹੜਾ ਇੱਕ ਨੁਕਤਾ ਰੱਖਿਆ, ਜੇ ਕੋਈ ਅੱਜ ਅਸੀਂ ਐਨਾਲਿਟੀਕਲੀ ਜਾਂ ਪੜਚੋਲਾਤਮਕ ਢੰਗ ਨਾਲ ਦੇਖੀਏ ਕਿ ਸਾਡੀ ਇਸ ਸਾਰੀ ਮੂਵਮੈਂਟ ਦੇ ਕਮਜ਼ੋਰ ਨੁਕਤੇ ਕੀ ਰਹੇ, ਤੇ ਮੈਂ ਸਮਝਦਾ ਕਿ ਇੱਕ ਨੁਕਤੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਅਸੀਂ ਸ਼ਹੀਦ ਸਿੰਘ ਜਿਹੜੇ ਇਸ ਰਸਤੇ 'ਤੇ ਤੁਰੇ, ਉਹਨਾਂ 'ਚ ਇੱਕ ਇਸ਼ਕ ਹੁੰਦਾ ਹੈ, ਜਨੂਨ ਹੁੰਦਾ ਹੈ, ਸੱਚ ਦੇ ਰਾਹ ਦੇ ਉਹ ਪਾਂਧੀ ਹੁੰਦੇ ਨੇ, ਅਤੇ ਉਹਨਾਂ ਨੂੰ ਦੁੱਖਾਂ ਸੁੱਖਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਪਰ ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਸਿੰਘਣੀਆਂ, ਮਾਤਾਵਾਂ, ਪਿਤਾ, ਭਰਾ, ਔਰ ਕਿਵੇਂ ਪੰਜਾਬ ਪੁਲਿਸ ਨੇ ਪੂਰੇ ਦੇ ਪੂਰੇ ਖਾਨਦਾਨ ਗਾਇਬ ਕੀਤੇ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਪਰਿਵਾਰ, ਭਾਈ ਪਰਮਜੀਤ ਸਿੰਘ ਪੰਜਵੜ ਦਾ ਪਰਿਵਾਰ, ਅਤੇ ਬਹੁਤ ਵਾਰ ਇਹ ਹੁਣ ਇੱਕ ਯਤਨ ਜਿਹੜਾ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੇ ਸੰਘਰਸ਼ ਨੂੰ ਲੀਡ ਕੀਤਾ, ਉਹਨਾਂ ਦੀਆਂ ਲਿਖਤਾਂ ਰਾਹੀਂ ਬਹੁਤ ਤੱਥ ਸਾਹਮਣੇ ਆਏ ਨੇ ਕਿ ਜਿਨ੍ਹਾਂ ਨੇ ਪਨਾਹ ਦਿੱਤੀ, ਜਿਹੜੇ ਪਰਿਵਾਰ ਇਸ ਰਸਤੇ 'ਤੇ ਤੁਰੇ, ਉਹਨਾਂ ਨੇ ਕਿਵੇਂ ਸਫ਼ਰ ਕੀਤਾ। ਔਰ ਭਾਈ ਗਜਿੰਦਰ ਸਿੰਘ ਜੀ, ਜਿਨ੍ਹਾਂ ਦਾ ਪਰਿਵਾਰ, ਭੈਣ ਜੀ ਮਨਜੀਤ ਕੌਰ, ਪਹਿਲੀ ਵਾਰ ਭਾਈ ਪ੍ਰਿਤਪਾਲ ਸਿੰਘ ਜੀ ਦਲ ਖਾਲਸਾ, ਜਿਨ੍ਹਾਂ ਦੇ ਉਦਮ ਨਾਲ ਅੱਜ ਦਾ ਇਹ ਸਮਾਗਮ ਜਿਹੜਾ ਆਯੋਜਿਤ ਹੋ ਰਿਹਾ, ਉਹਨਾਂ ਕੋਲ ਆਏ। ਕਿਵੇਂ ਅਮਰੀਕਨ ਏਜੰਸੀਆਂ ਨੇ ਤੰਗ ਕੀਤਾ, ਅਦਾਲਤ ਦੀ ਉਹ ਸਾਰੀ ਕਾਰਵਾਈ ਸੈਨ ਫਰਾਂਸਿਸਕੋ ਦੇ ਬਾਵਜੂਦ ਫਾਈਨਲ ਫੈਸਲਾ ਜੱਜ ਦਾ ਸੀ ਵੀ ਤੁਹਾਨੂੰ ਮੁਲਕ ਛੱਡਣਾ ਪਏਗਾ, ਬੱਚੀ ਤੁਹਾਡੀ ਇੱਥੇ ਰਹਿ ਸਕਦੀ ਹੈ। ਅਤੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਵੀਰ ਜਸਜੀਤ ਸਿੰਘ ਹੋਰਾਂ ਨੇ ਇੱਕ ਬਾਪ ਵਾਂਗ, ਭੈਣ ਜੀ ਸੀਮਾ ਕੌਰ ਇੱਕ ਮਾਂ ਵਾਂਗ, ਉਹਨਾਂ ਨੇ ਬਿਕਰਮਜੀਤ ਕੌਰ ਦੀ ਪਰਵਰਿਸ਼ ਕੀਤੀ, ਸਕੂਲਿੰਗ ਕੀਤੀ, ਔਰ ਵਿਆਹ ਬੇਸ਼ੱਕ ਉਹਨਾਂ ਦਾ ਆਨੰਦ ਕਾਰਜ ਇੰਗਲੈਂਡ ਦੇ ਵਿੱਚ ਹੋਇਆ, ਪਰ ਪੂਰਾ ਇੱਕ ਸਮਾਗਮ ਫਰੀਮਾਉਂਟ ਦੇ ਵਿੱਚ ਬੱਚੀ ਦੀ ਉਸ ਸ਼ਾਦੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਕੀਤਾ, ਜਿਹਦੇ 'ਚ ਮੈਂ ਵੀ ਪਾਰਟਿਸਿਪੇਟ ਕੀਤਾ। ਲੇਕਿਨ ਬਹੁਤ ਸਾਰੇ ਅਸੀਂ ਜੇ ਕੁੱਲ ਮਿਲਾ ਕੇ ਆਪਣੇ ਆਲੇ ਦੁਆਲੇ ਦੇਖੀਏ ਤਾਂ ਇੱਕ ਵੱਡੀ ਫੇਲਿਓਰ ਸਾਡੀ ਇਹ ਰਹੀ ਕਿ ਜਿਸ ਪੈਮਾਨੇ 'ਤੇ ਸਾਡੇ ਸਿੰਘ ਸੰਘਰਸ਼ ਦੇ ਵਿੱਚ ਜੂਝੇ, ਉਹਨਾਂ ਦੇ ਪਰਿਵਾਰਾਂ ਨੇ ਸਫ਼ਰ ਕੀਤਾ, ਥੋੜ੍ਹੇ ਬਹੁਤ ਯਤਨ ਹੋਏ, ਉਹ ਬੇਸ਼ੱਕ ਬੀਬੀ ਸੋਹਣਜੀਤ ਕੌਰ ਜਾਂ ਸਰ ਧਰਮ ਸਿੰਘ ਕਾਸ਼ਤੀਵਾਲ ਉਹਨਾਂ ਦੀ ਸਿੰਘਣੀ ਬੀਬੀ ਸੰਦੀਪ ਕੌਰ, ਇਹਨਾਂ ਨੇ ਯਤਨ ਕੀਤੇ, ਮਾਤਾ ਗੁਜਰੀ ਸਹਾਰਾ ਟਰਸਟ ਜਾਂ ਦੂਸਰਾ, ਪਰ ਕੁੱਲ ਮਿਲਾ ਕੇ ਇਹ ਸਾਡੀ ਇੱਕ ਬਹੁਤ ਵੱਡੀ ਫੇਲਿਓਰ ਹੈ। ਔਰ ਅੱਜ ਦੇ ਪੀਰੀਅਡ 'ਚ ਵੀ ਇਹ ਗੱਲ ਇਹ ਨਹੀਂ ਹੈ ਕਿ ਭਾਈ ਸੰਘਰਸ਼ ਦੇ ਜਾਂ ਉਸ ਦਹਾਕੇ ਦੇ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ। ਅੱਜ ਵੀ ਬਹੁਤ ਵਾਰ ਜਿਹੜੇ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਇੱਕ ਵੱਖਰੀ ਕਿਸਮ ਦਾ ਦਮਨ ਚੱਕਰ ਵੀ ਹੈ, ਔਰ ਉਸ ਜਿਹੜੇ ਨੌਜਵਾਨ ਅੱਗੇ ਆਉਂਦੇ ਨੇ, ਉਹਨਾਂ ਦੀ ਕੋਈ ਕਾਨੂੰਨੀ ਪੈਰਵਾਈ, ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਜਾਂ ਦੂਸਰਾ, ਇਸ ਪੱਖੋਂ ਇੱਕ ਵੱਡਾ ਅਵੇਸਲਾਪਨ ਹੈ। ਅਤੇ ਮੈਂ ਵਾਪਸ ਸਬਜੈਕਟ ਵੱਲ ਪਰਤਾਂ। ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਬੜੇ ਹੀ ਯੂਨੀਕ ਅੰਦਾਜ਼ ਦੇ ਵਿੱਚ ਭਾਈ ਗਜਿੰਦਰ ਸਿੰਘ ਔਰ ਭਾਈ ਹਰਸਿਮਰਨ ਸਿੰਘ, ਉਹਨਾਂ ਦੀ ਕੰਟਰੀਬਿਊਸ਼ਨ ਕੌਮੀ ਪੱਖ ਤੋਂ, ਦੇਖੋ ਇੱਕ ਪਾਰਟ ਮੈਂ ਸਮਝਦਾ ਹਾਂ। ਔਰ ਜਿਵੇਂ ਭਾਈ ਹਰਸਿਮਰਨ ਸਿੰਘ ਹੋਰਾਂ ਨੇ ਅਨੰਦਪੁਰ ਸਾਹਿਬ 'ਚ ਅਕੈਡਮੀ ਸਥਾਪਿਤ ਕੀਤੀ, ਔਰ ਉਸ ਦੇ ਵਿੱਚ ਅੱਡ ਅੱਡ ਵਿਸ਼ੇ ਨੇ, ਵਿਸਮਾਦੀ ਰੰਗ ਦੇ ਵੀ ਨੇ, ਔਰ ਇੱਕ ਜਿਸ ਦਾ ਨਾਂ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਉਹਨਾਂ ਨੇ ਰੱਖਿਆ। ਔਰ ਜੇ ਇਹ ਕਹਿਣਾ ਹੋਏ ਕਿ ਭਾਈ ਗਜਿੰਦਰ ਸਿੰਘ, ਭਾਈ ਹਰਸਿਮਰਨ ਸਿੰਘ ਜਾਂ ਦਲ ਖਾਲਸਾ ਦੇ ਉਹ ਨੌਜਵਾਨ, ਜਿਨ੍ਹਾਂ ਦੇ ਵਿੱਚ ਜਿਹੜੇ 5 ਸਿੰਘ, ਜਿਨ੍ਹਾਂ ਨੂੰ ਮੈਂ ਜਿਹੜਾ ਉਹ ਹਵਾਈ ਯੋਧੇ ਕਹਿੰਦੇ, ਪਿਛਲੇ ਸਾਲ ਮੈਨੂੰ ਸਵਿਟਜ਼ਰਲੈਂਡ ਜਾਣ ਦਾ ਸਬੱਬ ਹੋਇਆ, ਔਰ ਭਾਈ ਜਸਬੀਰ ਸਿੰਘ ਜਿਹੜੇ ਲਗਭਗ ਹੁਣ 84-85 ਸਾਲ ਦੀ ਉਮਰ ਦੇ ਨੇ, ਔਰ ਇਹ ਉਹਨਾਂ ਪਹਿਲੇ 5 ਹਵਾਈ ਯੋਧਿਆਂ ਦਾ ਹਿੱਸਾ ਸਨ। ਸਾਬਕਾ ਫੌਜੀ ਨੇ, 44-45 ਸਾਲ ਦੀ ਉਹਨਾਂ ਦੀ ਉਮਰ ਸੀ। ਔਰ ਜਦੋਂ ਉਹਨਾਂ ਨੇ ਆਪਣਾ ਬਿਆਨ ਵੀ ਕੀਤਾ, ਅਸੀਂ ਇੱਕ ਸਪੈਸ਼ਲ ਪੋਡਕਾਸਟ TV 84 ਦਾ ਉਹਨਾਂ ਦੇ ਨਾਲ ਕੀਤਾ ਕਿ ਉਹਨਾਂ ਨੂੰ ਕਿਵੇਂ ਇਹ ਵੀ ਸਬੱਬ ਸੀ ਕਿ ਉਹਨਾਂ ਨੇ ਭਾਈ ਸੁਬੇਗ ਸਿੰਘ, ਜਨਰਲ ਸੁਬੇਗ ਸਿੰਘ, ਉਹਨਾਂ ਦੇ ਨਾਲ ਵੀ ਫੌਜ ਦੇ ਵਿੱਚ ਸਰਵ ਕੀਤਾ ਹੋਇਆ ਸੀ, ਉਹਨਾਂ ਦੀ ਕਮਾਂਡ ਥੱਲੇ। ਅਤੇ ਉਹਨਾਂ ਨੇ ਜਦੋਂ ਇਹ ਸਾਰਾ ਵਾਕਿਆ ਬਿਆਨਿਆ ਕਿ ਕਿਵੇਂ ਭਾਈ ਗਜਿੰਦਰ ਸਿੰਘ, ਮਾਸਟਰ ਕਰਨ ਸਿੰਘ, ਤਜਿੰਦਰਪਾਲ ਸਿੰਘ, ਭਾਈ ਜਸਬੀਰ ਸਿੰਘ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਇਹ ਸਾਡੇ 5 ਯੋਧੇ ਨੇ। ਔਰ ਦੇਖੋ ਇਹ ਠੀਕ ਹੈ ਕਿ ਅੱਜ ਜਦੋਂ ਅਸੀਂ 9/11 ਹੋ ਚੁੱਕਾ ਹੈ, ਦੁਨੀਆ ਦੇ ਵਿੱਚ ਇੱਕ ਟੈਰਰਿਜ਼ਮ ਦੀ ਇੱਕ ਵੱਖਰੀ ਡੈਫੀਨੇਸ਼ਨ ਹੈ, ਪਰ ਜੇ ਤੁਸੀਂ 70ਵੇਂ-80ਵੇਂ ਦੇ ਦੌਰ 'ਚ ਦੇਖੋ ਤਾਂ ਉਦੋਂ ਇਹ ਜਿਹੜੇ ਜਹਾਜ਼ ਅਗਵਾ ਕਰਨੇ ਨੇ, ਇਹ ਇੱਕ ਪੋਲੀਟੀਕਲ ਸਟੇਟਮੈਂਟ ਸੀ। ਇਹ ਉਸ ਕੈਟਾਗਰੀ 'ਚ ਨਹੀਂ ਸੀ ਜਿਹੜੀ 9/11 ਤੋਂ ਬਾਅਦ ਹੋਈ। ਔਰ ਦਰਜਨਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਉਹ ਫਲਸਤੀਨੀਆਂ ਨਾਲ ਸੰਬੰਧਿਤ ਹੋਣ, ਆਇਰਿਸ਼ ਨਾਲ ਹੋਣ, ਸਾਊਥ ਅਮਰੀਕਾ ਦੇ ਜਿਹੜੇ ਨੇ ਮੂਵਮੈਂਟਸ ਚੱਲ ਰਹੀਆਂ ਸੀ ਉਸ ਪੀਰੀਅਡ 'ਚ, ਕਿਉਂਕਿ ਕਮਿਊਨਿਜ਼ਮ ਵੀ ਐਟ ਇਟਸ ਪੀਕ ਸੀ।
ਸੋ ਜਿਹੜਾ ਕੰਮ ਇਸ 29 ਸਤੰਬਰ 1981 ਨੂੰ ਇਹਨਾਂ 5 ਯੋਧਿਆਂ ਨੇ ਕੀਤਾ, ਉਹ ਬਹੁਤ ਵੱਡਾ ਕੰਮ ਸੀ। ਇਹ ਠੀਕ ਹੈ, ਵਕਤੀ ਤੌਰ 'ਤੇ ਮੂਵਮੈਂਟਸ ਦੇ ਵਿੱਚ ਅਪ ਡਾਊਨ ਹੁੰਦੇ ਨੇ, ਗ੍ਰੇਡਿੰਗ ਡੀਗ੍ਰੇਡਿੰਗ ਹੁੰਦੀ ਰਹਿੰਦੀ ਹੈ, ਪਰ ਉਸ ਤੋਂ ਪਹਿਲਾਂ ਕਿਵੇਂ ਮੈਂਟਲੀ ਉਹ ਪ੍ਰਿਪੇਅਰ ਹੋਏ, ਕਿਵੇਂ ਈਵਨ ਦਲ ਖਾਲਸਾ ਜਥੇਬੰਦੀ ਲਫ਼ਜ਼ ਵੀ, ਹੁਣ ਸਰਦਾਰ ਕਪੂਰ ਸਿੰਘ, ਜੇ ਮੈਂ ਇਹ ਕਹਾਂ ਅੱਜ ਵੀ ਅਸੀਂ ਜ਼ਰਾ ਅਰਲੀ ਆ ਗਏ ਸੀ, 10 ਸਵਾ 10 ਵਜੇ ਭਾਈ ਜਤਿੰਦਰ ਸਿੰਘ ਦੂਸਰੇ ਅਸੀਂ ਲੰਗਰ 'ਚ ਵਿਚਾਰ ਕਰ ਰਹੇ ਸੀ। ਮੈਂ ਕਿਹਾ ਵੀ ਜਿੰਨਾ ਕੁ ਮੈਨੂੰ ਸਮਝ ਆਈ ਹੈ, ਭਾਈ ਗੁਰਦਾਸ ਜੀ ਤੋਂ ਬਾਅਦ ਬੇਸ਼ੱਕ ਭਾਈ ਨੰਦ ਲਾਲ ਜੀ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ, ਉਹਨਾਂ ਦਾ ਪਰ ਬਹੁਤ ਸਾਰਾ ਕੰਮ ਪਰਸ਼ੀਅਨ ਦੇ ਵਿੱਚ ਹੈ, ਫਾਰਸੀ ਦੇ ਵਿੱਚ ਹੈ। ਜੇ ਭਾਈ ਗੁਰਦਾਸ ਜੀ ਤੋਂ ਬਾਅਦ ਇਹਨਾਂ 4 ਸਦੀਆਂ 'ਚ ਕੋਈ ਸਕਾਲਰ ਜਿਹੜਾ ਡੈਡੀਕੇਟਡ ਸਿੱਖ ਵੀ ਹੈ, ਜਿਹਨੂੰ ਪੂਰਬ ਤੇ ਪੱਛਮ ਦੋਨਾਂ ਫਲਸਫਿਆਂ ਦੀ ਸਮਝ ਹੈ, ਜਿਸ ਨੂੰ ਇਹ ਹੈ ਕਿ ਗੁਰਮਤ ਕਿਵੇਂ ਉਹ ਵਿਚਾਰਧਾਰਾ ਹੈ ਜਿਸ ਨੇ ਅਲਟੀਮੇਟਲੀ ਜਿਹੜੀ ਹੈ ਉਹ ਐਨਸਾਈਕਲੋਪੀਡੀਆ ਵਰਲਡ ਹਿਸਟਰੀ ਲਿਖਣ ਵਾਲਾ ਜਿਹੜਾ ਹੈ ਅਰਨਲਡ ਟੋਇਨਬੀ, ਉਹ ਵੀ ਪੁਆਇੰਟ ਆਊਟ ਕਰਦਾ ਹੈ। ਅਤੇ ਇਹਨਾਂ 4 ਭਾਈ ਗੁਰਦਾਸ ਜੀ ਤੋਂ ਬਾਅਦ ਸਰ ਕਪੂਰ ਸਿੰਘ ਉਹ ਯੂਨੀਕ ਪਰਸਨੈਲਿਟੀ ਹੈ ਜਿਨ੍ਹਾਂ ਨੇ ਇਸ ਸਾਰੇ ਨੂੰ ਸਮਝਿਆ, ਸਿੱਖੀ ਨੂੰ ਨਵੀਆਂ ਲੀਹਾਂ ਦੇ ਉੱਤੇ। ਔਰ ਜਦੋਂ ਕੈਂਬਰਿਜ ਦੇ ਵਿੱਚ ਪੜ੍ਹ ਰਹੇ ਸਨ, ਜਿਹੜਾ ਮਿਸਟਰ ਰੋਜ਼ਵੈਲ, ਜਿਨ੍ਹਾਂ ਦਾ ਬਰਨਰਡ ਰਸਲ ਜਿਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਉਹਨਾਂ ਨੇ ਉਹਨਾਂ ਨੂੰ ਆਫਰ ਕੀਤਾ ਸੀ ਕਿ ਤੁਸੀਂ ਇੱਥੇ ਪੜ੍ਹਾਓ ਯੂਨੀਵਰਸਿਟੀ ਦੇ ਵਿੱਚ, ਜਿਸ ਲੈਵਲ ਦੀ ਤੁਹਾਡੀ ਪਹੁੰਚ ਹੈ, ਸੋਚ ਹੈ। ਲੇਕਿਨ ਮੈਂ ਸਮਝਦਾ ਵੀ ਇਹ ਵੀ ਇੱਕ ਸਾਡੀ ਇੱਕ ਤਰਾਸਦੀ ਹੈ ਕਿ ਇਹੀ ਨਹੀਂ ਕਿ ਅਸੀਂ ਆਪਣੇ ਇੰਟੈਲੈਕਚੁਅਲਸ ਨੂੰ ਜਾਂ ਵਿਦਵਾਨਾਂ ਨੂੰ ਇਗਨੋਰ ਕਰਦੇ ਹਾਂ, ਅਸੀਂ ਉਹਨਾਂ ਦਾ ਅਪਮਾਨ ਕਰਦੇ ਹਾਂ, ਉਹਨਾਂ ਨੂੰ ਰੋਲਦੇ ਹਾਂ, ਉਹਨਾਂ ਦੀ ਕਲਾ। ਔਰ ਸਰ ਕਪੂਰ ਸਿੰਘ ਜਦੋਂ ਵੀ ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ, ਉਹਨਾਂ ਨੂੰ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਉਹ ਅਕਸਰ ਇੰਟਰਪ੍ਰੇਟ ਕਰਦੇ ਸੀ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਕਿ ਇਹ ਸਾਰੇ ਜਿਹੜੇ ਆਰਟ ਨੇ, ਨਾਦ ਲਫ਼ਜ਼ ਹੈ, ਵੇਦ ਲਰਨਿੰਗ ਹੈ, ਗਿਹ ਰਸ ਗੀਤ ਨੇ, ਸਿੱਧ ਬੁੱਧ, ਇਹ ਸਾਰਿਆਂ ਦਾ। ਉਹਨਾਂ ਨੇ ਕਿਹਾ ਵੀ ਦੇਖੋ, ਜਿਹੜੇ ਗਧੇ ਨੂੰ ਡਿਫਾਈਨ ਕੀਤਾ ਕਿ ਗਧਾ ਕੀ ਹੈ, ਕਿ ਭਾਈ ਉਹ ਲੋਕ ਜਿਨ੍ਹਾਂ 'ਚ ਕੋਈ ਟੈਲੈਂਟ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ, ਉਹ ਹੰਕਾਰ ਦੇ ਵਿੱਚ ਫੁੰਕਾਰੇ ਮਾਰਦੇ ਨੇ, ਪੱਲੇ ਉਹਨਾਂ ਦੇ ਕੁਛ ਨਹੀਂ ਹੈ। ਔਰ ਸ਼ਾਇਦ ਇਹੀ ਇੱਕ ਕਾਰਨ ਹੈ, ਔਰ ਮੈਨੂੰ ਇਹ ਕਦੇ ਵੀ ਸਮਝ ਨਹੀਂ ਆਈ ਕਿ ਵੀ ਕਿਹੜਾ ਪਾਰਟ ਹੈ ਸਾਡੀ ਹਿਸਟਰੀ ਦਾ, ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਜ਼ਲ ਹੋਈ ਹੋਏ 5.5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਫਿਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਹੜਾ 1604 ਦੇ ਵਿੱਚ ਪ੍ਰਕਾਸ਼ਮਾਨ ਹੋਇਆ ਆਦਿ ਗ੍ਰੰਥ ਦੇ ਰੂਪ 'ਚ। ਉਹ ਕਿਹੜਾ ਦੌਰ ਹੈ ਜਦੋਂ ਅਸੀਂ ਇੰਟੈਲੈਕਟ ਦੇ ਨਾਲ, ਅਕਲ ਦੇ ਨਾਲ ਵੈਰ ਕਰਨਾ ਸਿੱਖਿਆ। ਔਰ ਇਸ ਸਾਰੇ 'ਚੋਂ ਜੇ ਸਰਦਾਰ ਕਪੂਰ ਸਿੰਘ, ਉਹਨਾਂ ਦੀ ਸਾਚੀ ਸਾਖੀ ਉਹਨਾਂ ਦੀ ਜੀਵਨ ਕਹਾਣੀ ਨਹੀਂ ਹੈ, ਇਹ ਕੌਮ ਦੀ ਤਰਾਸਦੀ ਦੀ ਕਹਾਣੀ ਹੈ। ਲੇਕਿਨ 1970ਵੇਂ ਦੇ ਵਿੱਚ ਇਹ ਸਾਰੇ ਨੌਜਵਾਨ, ਕੋਈ ਪੰਜਾਬ ਯੂਨੀਵਰਸਿਟੀ ਟਾਈਪਿਸਟ ਹੈ, ਕੋਈ ਕਲਰਕ ਹੈ, ਕੋਈ ਯੂਨੀਵਰਸਿਟੀ ਸਟੂਡੈਂਟਸ ਨੇ, ਸਰਦਾਰ ਸਾਹਿਬ ਚੰਡੀਗੜ੍ਹ 'ਚ ਸੈਟਲ ਨੇ, ਇਹ ਸਾਰੇ ਇਹਨਾਂ ਦੇ ਆਲੇ ਦੁਆਲੇ ਜਿਵੇਂ ਇੱਕ ਹੋਪ ਹੁੰਦੀ ਹੈ ਉਹ ਜੁੜਦੇ ਨੇ। ਅਤੇ ਉਹਨਾਂ ਨੂੰ ਵੀ ਉਹ ਅਕਾਲੀ ਦਲ ਤੋਂ, ਉਹਨਾਂ ਦੇ ਲੀਡਰਾਂ ਤੋਂ, ਉਹ ਤਾਂ ਬਿਲਕੁਲ ਜੋ ਉਹਨਾਂ ਦਾ ਕਹਿਣਾ ਉਸ ਤੋਂ ਅਸੀਂ ਵਾਕਿਫ ਹੈ, ਪਰ ਉਹਨਾਂ ਨੂੰ ਵੀ ਇਹਨਾਂ ਨੌਜਵਾਨਾਂ ਦੇ ਵਿੱਚ ਹੋਪ ਨਜ਼ਰ ਆਈ। ਔਰ 70s ਦੇ ਵਿੱਚ ਇਹਨਾਂ ਨੇ ਸੋਚਿਆ, ਉਦੋਂ ਅੱਡ-ਅੱਡ ਨੌਜਵਾਨਾਂ ਦੀਆਂ ਜਥੇਬੰਦੀਆਂ, 2-3 ਫੈਡਰੇਸ਼ਨਸ ਬਣੀਆਂ ਹੋਈਆਂ ਸੀ। ਇੱਕ ਦਾ ਹੈੱਡ ਰਾਮੂ ਵਾਲੀਆ ਸੀ, ਇੱਕ ਹਰਗੁਨਾਥ ਸਿੰਘ ਬੰਗੇ ਤੋਂ MLA ਸਨ, ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਉਸ ਫੈਡਰੇਸ਼ਨ ਦੇ ਸਰ ਹਰਸਿਮਰਨ ਸਿੰਘ ਸਨ। ਔਰ ਇਸੇ ਤਰ੍ਹਾਂ ਇੱਕ ਸ਼ਾਇਦ ਵੀਰ ਦਵਿੰਦਰ ਸਿੰਘ ਵੀ ਇਸ ਕਿਸਮ ਦਾ ਸੀ। ਸੋ ਇਹਨਾਂ ਨੇ ਫੈਸਲਾ ਕੀਤਾ ਕਿ ਭਾਈ ਕੁਛ ਕਰੀਏ, ਇਹ ਭੰਗ ਕਰੀਏ ਜਥੇਬੰਦੀਆਂ, ਔਰ ਇੱਕ ਜਿਹੜਾ ਪਲੇਟਫਾਰਮ ਦੇ ਉੱਤੇ ਆਈਏ। ਅਤੇ ਸਰ ਕਪੂਰ ਸਿੰਘ ਨਾਲ ਉਹਨਾਂ ਨੇ ਵਿਚਾਰ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਵੀ ਦੇਖੋ, 18ਵੀਂ ਸਦੀ ਦੇ ਵਿੱਚ ਬਹੁਤ ਵੱਡੇ ਚੈਲੰਜ ਸੀ ਕੌਮ ਦੇ ਸਾਹਮਣੇ। ਉੱਧਰ ਮੁਗਲ ਵੀ ਸਨ, ਇੱਧਰ ਅਫਗਾਨ ਵੀ ਸਨ, ਦਰਾ ਖੈਬਰ ਪਾਰ ਦੇ। ਅਤੇ ਜਿਸ ਨੇ ਲਿਬਰੇਸ਼ਨ ਦਵਾਈ, ਜਿਹਨੇ ਲਾਹੌਰ ਔਰ ਦਿੱਲੀ ਤੱਕ ਜਿਹੜੀ ਖਾਲਸੇ ਦਾ ਰਾਜ ਸਥਾਪਿਤ ਕੀਤਾ, ਉਹ ਦਲ ਖਾਲਸਾ ਸੀ। ਹੁਣ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਹਿਸਟਰੀ ਨੂੰ, ਜਿਵੇਂ ਜਦੋਂ ਮੈਂ ਸੰਤ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਾ, ਮੈਂ ਸਮਝਦਾ ਵੀ ਸਿੱਖ ਰਾਜ 1849 'ਚ ਅੰਗਰੇਜ਼ਾਂ ਦੇ ਭੇਟੇ ਪਿਆ। ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨੌਰੰਗਾਬਾਦ ਦੀ ਉਸ ਥਾਂ ਨਾਲ ਸੰਬੰਧਿਤ ਸਨ, ਉਹਨਾਂ ਨੇ ਸਿੱਧਾ ਸੰਘਰਸ਼ ਕੀਤਾ ਕਿ ਸਿੱਖ ਰਾਜ ਅਸੀਂ ਲੈਣਾ।
ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਸ਼ਾਮ 84 ਤੋਂ ਜਲੰਧਰ ਛਾਉਣੀ ਰੱਖਿਆ ਜਾਂਦਾ ਹੈ, ਉਹਨਾਂ ਨੂੰ ਸਿੰਗਾਪੁਰ ਭੇਜਿਆ ਜਾਂਦਾ ਹੈ, ਜਿੱਥੇ ਉਹਨਾਂ ਦੇ ਅਖੀਰਲੇ ਸਾਹ ਉਹ ਲੈਂਦੇ ਨੇ ਬੜੇ ਟੌਰਚਰ ਵਾਂਗ। ਲੇਕਿਨ ਭਾਈ ਮਹਾਰਾਜ ਸਿੰਘ ਤੋਂ ਬਾਅਦ ਜਿੰਨੀ ਸੰਘਰਸ਼ ਹੈ, ਅਸੀਂ ਕਹੀ ਜਾਈਏ ਜੀ ਅੰਗਰੇਜ਼ਾਂ ਤੋਂ ਅਸੀਂ ਇੰਨੀ ਕੁਰਬਾਨ, ਉਹ ਸਭ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਹੈ। ਉਹ ਭਾਵੇਂ ਕੂਕਾ ਮੂਵਮੈਂਟ ਸੀ, ਉਹ ਹੋਰ ਪਾਸੇ ਗੁੰਮਰਾਹ ਹੋਈ, ਉਹ ਗਦਰ ਮੂਵਮੈਂਟ ਸੀ, ਅਕਾਲੀ ਮੂਵਮੈਂਟ ਇੱਕ ਬਰੀਫ ਜਿਹੜੀ ਆ ਹੋਪ ਸੀ ਕਿ ਜਿਹਦੇ 'ਚ ਸਿੱਖ ਆਈਡੈਂਟੀਟੀ, ਸਿੱਖ ਰਾਜ, ਸਿੱਖ ਕਕਾਰਾਂ ਦੇ ਨਾਲ ਔਰ ਇਹ ਮਹੰਤਾਂ 'ਚੋਂ ਜਾਂ ਉਸ ਸਾਰੇ ਪ੍ਰਭਾਵ 'ਚੋਂ ਨਿਕਲ ਕੇ ਨਿਰੋਲ ਗੁਰਮਤ ਦੇ ਫਲਸਫੇ ਦੇ ਉੱਤੇ। ਲੇਕਿਨ ਉਹ ਅਕਾਲੀ ਮੂਵਮੈਂਟ ਵੀ ਅਲਟੀਮੇਟਲੀ ਉਹ ਜਿਹੜੀ ਹੈ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਉਹਦੇ ਖਾਤੇ 'ਚ ਪਈ। ਭਾਈ ਮਹਾਰਾਜ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਪਹਿਲੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਧਾ ਫੋਕਸ ਜਿਹੜਾ ਉਹ ਸਿੱਖ ਰਾਜ 'ਤੇ ਕੀਤਾ। ਸਿੱਖ ਰਾਜ ਜਿਵੇਂ ਬਿਲਕੁਲ ਇਹ ਲਫ਼ਜ਼ ਜਦੋਂ ਕਿਹਾ ਜਾਂਦਾ ਕਿ ਅਸੀਂ ਗਵਾਚਿਆ ਰਾਜ ਵਾਪਸ ਲੈਣਾ ਹੈ, ਅਸੀਂ ਕੋਈ ਵੀ ਆਰ ਨਾਟ ਆਸਕਿੰਗ ਫॉर ਦਾ ਮੂਨ, ਇਹ ਸਾਡਾ ਹੱਕ ਹੈ। ਜਦੋਂ ਬਾਦਸ਼ਾਹ ਜਾਂ ਬਾਗੀ ਇਹ ਲਫ਼ਜ਼ ਦੁਹਰਾਇਆ ਜਾਂਦਾ ਕਿ ਖਾਲਸਾ ਜਾਂ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ। ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮੀ ਕਬੂਲਦਾ, ਜੋ ਗੁਲਾਮੀ ਨਹੀਂ ਕਬੂਲਦਾ ਉਹ ਗੁਲਾਮ ਨਹੀਂ ਹੈ। ਇਹ ਪਹਿਲੀ ਵਾਰ ਅੰਗਰੇਜ਼ੀ ਪੀਰੀਅਡ 'ਚ ਹੀ ਹੋਇਆ ਸੀ ਕਿ ਜਦੋਂ ਯੂਨੀਅਨ ਜੈਕ ਦੇ ਥੱਲੇ ਅੱਜ ਅਸੀਂ ਸਾਰਾਗੜੀ ਦੀ ਜੰਗ ਨੂੰ ਸੈਲੀਬ੍ਰੇਟ ਕਰੀਏ, ਅਸੀਂ ਵਰਲਡ ਵਾਰ 'ਚ ਸਾਡੇ ਇੰਨੇ ਮਾਰੇ ਗਏ, ਇਹਨਾਂ ਨੂੰ ਖੁਸ਼ ਕਰਨ ਲਈ ਤੇ ਅਸੀਂ ਵੀ ਡਾਟਾ ਇਹ ਉਹਨਾਂ ਨੂੰ ਸੁਣਾਉਂਦੇ, ਪਰ ਉਹ ਆਪਣੇ ਰਾਜ ਲਈ ਨਹੀਂ ਸੀ। ਸੰਤ ਭਿੰਡਰਾਂਵਾਲਿਆਂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ, ਤੁਹਾਡੇ ਸਾਹਮਣੇ ਦਿੱਲੀ ਤਖਤ ਕੀ ਹੈ, ਤੁਸੀਂ ਇੱਕ ਵਾਰ ਗੁਰੂ ਦੇ ਉੱਤੇ ਸਿਦਕ ਭਰੋਸਾ ਰੱਖ ਕੇ ਤੁਰੋ। ਔਰ ਮੈਂ ਸਮਝਦਾ ਭਾਈ ਗਜਿੰਦਰ ਸਿੰਘ, ਜਦੋਂ ਅਸੀਂ 5 ਤੀਰ ਹੋਰ ਉਹਨਾਂ ਦੀ ਪੁਸਤਕ ਦਾ ਜ਼ਿਕਰ ਕਰਦੇ ਹਾਂ, ਲਗਭਗ 8-9 ਕਿਤਾਬਾਂ ਉਹਨਾਂ ਨੇ ਪੰਥ ਦੀ ਝੋਲੀ ਪਾਈਆਂ, ਪਰ 5 ਤੀਰ ਹੋਰ ਉਦੋਂ 1970ਵੇਂ ਦੇ ਵਿੱਚੋਂ ਲਿਖਦੇ ਨੇ ਜਦੋਂ ਅਜੇ ਸੰਤ ਭਿੰਡਰਾਂਵਾਲੇ ਸੀਨ 'ਤੇ ਨਹੀਂ ਉੱਭਰੇ, ਜਦੋਂ ਅਜੇ ਕੋਈ ਮੂਵਮੈਂਟ ਜਿਹੜੀ 80s 'ਚ ਬਿਲਟ ਹੋਈ ਉਹ ਨਹੀਂ ਹੋਈ। ਔਰ 5 ਤੀਰ ਹੋਰ ਲਫ਼ਜ਼ ਆਪਣੇ ਆਪ 'ਚ ਜਦੋਂ 10ਵੇਂ ਪਾਤਸ਼ਾਹ ਮਾਧੋ ਦਾਸ ਵੈਰਾਗੀ ਦੇ ਨਾਲ ਐਨਕਾਊਂਟਰ, ਤੁਹਾਡਾ ਬੰਦਾ ਹੈ, ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾ ਕੇ ਉਹਦਾ ਨਾਂ ਰੱਖਿਆ ਜਾਂਦਾ ਹੈ, ਪਰ ਉਹ ਜਿਹੜਾ ਪਹਿਲਾ ਡਾਇਲੋਗ ਹੈ ਕਿ ਤੂੰ ਕੌਣ ਹੈ, ਕਿ ਤੁਹਾਡਾ ਬੰਦਾ, ਕਿ ਭਾਈ ਜੇ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ, ਤੇ ਉਹ ਜ਼ਿਆਦਾ ਨਾਂ ਪੋਪੂਲਰ ਹੁੰਦਾ। ਉਹਨੂੰ ਜਦੋਂ ਦੱਖਣ ਤੋਂ ਤੋਰਦੇ ਨੇ, ਜਦੋਂ ਅਸੀਂ ਸੋਵਰਨਿਟੀ ਦੀ ਗੱਲ ਕਰਦੇ ਹਾਂ ਪਾਤਸ਼ਾਹਤ ਦੀ, ਸਾਡੇ ਨਿਸ਼ਾਨ ਸਾਹਿਬ ਝੰਡੇ ਸੋਵਰਨ ਲੋਕਾਂ ਦੇ ਹੁੰਦੇ ਨੇ, ਨਗਾਰਾ। ਹੁਣ ਜਦੋਂ ਅਸੀਂ ਸਫ਼ਰ ਰਬਾਬ ਤੋਂ ਨਗਾਰੇ ਤੱਕ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਸ਼ਾਨ ਸਾਹਿਬ, ਨਗਾਰਾ ਤੇ 5 ਤੀਰਾਂ ਦੀ ਬਖਸ਼ਿਸ਼ ਜਿਹੜੀ ਹੈ ਉਹ ਕਰਕੇ ਤੋਰਦੇ ਨੇ। ਵੈਸੇ ਸਾਡਾ ਇਤਿਹਾਸ ਇਹ ਵੀ ਕਹਿੰਦਾ ਹੈ ਕਿ 10ਵੇਂ ਪਾਤਸ਼ਾਹ ਨੇ ਸ੍ਰੀ ਸਾਹਿਬ ਵੀ ਬਖਸ਼ੀ, ਤੇ ਜਿਉਂ ਹੀ ਬਾਬਾ ਬੰਦਾ ਸਿੰਘ ਬਾਹਰ ਆਏ ਖਾਲਸੇ ਨੇ ਖੋਹ ਲਈ। ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਕਿਹਾ ਕਿ ਦੇਖੋ ਇਹ ਜਿਹੜਾ ਪਾਰਟ ਹੈ ਇਹ ਤਾਂ ਖਾਲਸੇ ਕੋਲ ਹੈ, ਔਰ ਉਹਦੇ 'ਚ ਆਉਂਦਾ ਕਿ ਕਰਦ ਹਮਨੇ ਖਾਲਸੇ ਕੋ ਬਖਸ਼ੀ ਹੈ। ਇਹ ਗੁਰੂ ਸਾਹਿਬ ਦਾ ਤਲਵਾਰ, ਜਦੋਂ ਅਸੀਂ ਅਰਦਾਸ 'ਚ ਪੜ੍ਹਦੇ ਹਾਂ, ਗੁਰੂ ਅਕਾਲ ਪੁਰਖ ਵਾਚਕ ਅਰਦਾਸ ਹੈ ਕਿ ਖਾਲਸਾ ਜੀ ਕੇ ਬੋਲ ਬਾਲੇ, ਫਾਰਸੀ ਦਾ ਲਫ਼ਜ਼ ਹੈ ਖਾਲਸੇ ਦਾ ਬੋਲ ਉੱਚਾ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਲੇਕਿਨ ਉਸ ਦੇ ਵਿੱਚ ਜਿਹੜੇ ਲਫ਼ਜ਼ ਸ੍ਰੀ ਸਾਹਿਬ ਜੀ ਸਹਾਇ, ਹੁਣ ਉਸ ਨੂੰ ਈਵਨ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਿਹੜੀ ਅਰਦਾਸ ਦੀ ਟਰਾਂਸਲੇਸ਼ਨ ਹੈ ਉਹਦੇ 'ਚ ਉਹ ਸੌਰਡ ਆਈ ਸੀਕ ਤਾਈ ਪ੍ਰੋਟੈਕਸ਼ਨ। ਸੋ ਇਹ ਜਿਹੜੀ ਬਾਗੀਆਨਾ ਤਰਬੀਅਤ ਔਰ ਹਥਿਆਰਬੰਦ ਸੰਘਰਸ਼ ਦੀ ਗੱਲ, ਦਲ ਖਾਲਸਾ ਦਾ ਕਾਨਸੈਪਟ, 5 ਤੀਰ ਹੋਰ, ਮੈਂ ਸਮਝਦਾ ਵੀ ਉਹ ਕਿਹੜੇ ਪਲ ਹੋਣਗੇ ਜਿਨ੍ਹਾਂ 'ਚੋਂ ਅਰਦਾਸ ਨਿਕਲੀ ਤੇ ਅਕਾਲ ਪੁਰਖ ਨੇ ਫਿਰ ਤੀਰ ਵਾਲਾ ਬਾਬਾ ਵੀ ਬਖਸ਼ ਦਿੱਤਾ ਹੈ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਸੋ ਭਾਈ ਗਜਿੰਦਰ ਸਿੰਘ ਛੋਟੀ ਸ਼ਖਸੀਅਤ ਨਹੀਂ ਨੇ। ਸਰ ਹਰਸਿਮਰਨ ਸਿੰਘ ਇੱਕ ਵੱਖਰੀ ਕਹਾਣੀ ਹੈ, ਜਿਹੜੇ ਥਿੰਕਰ ਦੇ ਤੌਰ ਦੇ ਉੱਤੇ, ਈਵਨ ਉਹਨਾਂ ਦਾ ਇੱਕ ਇੰਟਰਵਿਊ, ਕਿਉਂਕਿ ਫਰਵਰੀ ਦੇ ਵਿੱਚ ਇਸ ਸਾਲ 'ਚ ਉਹਨਾਂ ਨੇ ਚੜ੍ਹਾਈ ਕੀਤੀ ਹੈ, ਤੇ ਪਿਛਲੇ ਵਰੇ ਉਹਨਾਂ ਦਾ ਇੱਕ ਪੋਡਕਾਸਟ ਮੈਂ ਸੁਣ ਰਿਹਾ ਸੀ ਜਿਹਦੇ 'ਚ ਇਹ ਆਇਆ ਕਿ ਇਹ ਜਿਹੜਾ ਹਾਈਜੈਕਿੰਗ ਦਾ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਭਾਈ ਗਜਿੰਦਰ ਸਿੰਘ, ਭਾਈ ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਇਹਨਾਂ ਦੇ ਨਾਲ 2-3 ਹੋਰ, ਇਹ ਓਰੀਜਨਲ ਫਾਊਂਡਰ ਨੇ ਦਲ ਖਾਲਸਾ ਦੇ। ਵੱਖਰੀ ਕਹਾਣੀ ਹੈ ਕਿ ਦਲਗੀਰ ਸਾਹਿਬ ਅੱਜ ਕਿੱਥੇ ਪਹੁੰਚ ਗਏ ਜਾਂ ਬਾਕੀਆਂ ਦਾ ਉਹਨਾਂ 'ਚ ਕਿੰਨੇ ਕੌਣ ਖਲੋਤੇ, ਪਰ ਭਾਈ ਗਜਿੰਦਰ ਸਿੰਘ ਦਾ ਸਫ਼ਰ, ਭਾਈ ਹਰਸਿਮਰਨ ਸਿੰਘ ਦਾ ਸਫ਼ਰ, ਬੇਸ਼ੱਕ ਭਾਈ ਹਰਸਿਮਰਨ ਸਿੰਘ ਨੇ ਬੜੀ ਕਲੀਅਰਲੀ ਕਿਹਾ ਕਿ ਜੀ ਇਹ ਮੇਰਾ ਹੀ ਆਈਡੀਆ ਜਦੋਂ ਇਹ ਸੀ ਕਿ ਭਾਈ
ਜੇ ਅਸੀਂ ਆਪਣੀ ਗੱਲ ਔਰ ਇਹ ਬੈਕਗਰਾਊਂਡ ਤੁਸੀਂ ਸਮਝਦੇ ਹੋ ਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਨੇ। ਮੈਨੂੰ ਜਦੋਂ ਤੁਸੀਂ ਕੁਝ ਚੀਜ਼ਾਂ ਦੀ ਸਾਖੀ ਦੀ ਗੱਲ ਕਰਦੇ ਹੋ, ਐਵੀਡੈਂਸ ਦੀ ਗੱਲ ਕਰਦੇ ਹੋ, ਅਸੀਂ ਐਜ਼ ਏ ਸਟੂਡੈਂਟ ਜਲੰਧਰ ਤੋਂ ਉੱਥੇ ਗਏ। ਮੈਂ ਉਹ ਸਾਰਾ ਪਾਰਟ ਮੇਰੀਆਂ ਅੱਖਾਂ ਦੇ ਸਾਹਮਣੇ ਹੈ, ਜਿੱਥੇ 1.5 ਲੱਖ ਦੇ ਇਕੱਠ 'ਚ ਸੰਤਾਂ ਦਾ ਸੰਬੋਧਨ, ਜਥੇਦਾਰ ਗੁਰਦਿਆਲ ਸਿੰਘ ਅਜਨੋਆ ਦਾ ਸੰਬੋਧਨ, ਔਰ ਉਹ ਸਾਰੇ ਪਾਰਟ 'ਚ 20 ਸਤੰਬਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ 9 ਦਿਨ ਬਾਅਦ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਜਿਹੜਾ ਜਹਾਜ਼ ਹੈ ਉਸ ਨੂੰ ਲੈ ਕੇ ਲਾਹੌਰ ਪਹੁੰਚ ਜਾਂਦੇ ਨੇ। ਔਰ ਹੁਣ ਵੀ ਜਦੋਂ ਇੱਕ ਬੀਬੀ ਦਾ ਪਿਛਲੇ ਦਿਨਾਂ 'ਚ ਵੀ ਜਦੋਂ ਭਾਈ ਸਾਹਿਬ ਨੇ ਚੜ੍ਹਾਈ ਕੀਤੀ ਹੈ 2024 ਦੇ ਵਿੱਚ ਜੁਲਾਈ ਦੇ ਮਹੀਨੇ, ਇੱਕ ਅੰਗਰੇਜ਼ ਬੀਬੀ ਜਿਹੜੀ ਉਸ ਜਹਾਜ਼ ਸਫ਼ਰ ਕਰ ਰਹੀ ਸੀ, ਉਹਨੇ ਡਿਫੈਂਡ ਕੀਤਾ। ਉਹਨੇ ਕਿਹਾ ਕਿ ਭਾਈ ਕਿਸ ਕਿਸਮ ਦੇ ਲੋਕ ਸਨ, ਕਿਸੇ ਨੂੰ ਹਾਰਮ ਨਹੀਂ ਕੀਤਾ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਔਰ ਜਿਹੜੀਆਂ ਮੰਗਾਂ ਵੀ ਰੱਖੀਆਂ ਸੀ ਬੜੀਆਂ ਜੈਨੂਅਨ ਮੰਗਾਂ ਸੀ ਕਿ ਸੰਤਾਨ ਦੀ ਰਿਹਾਈ ਕਰੋ। ਜਿਹੜਾ ਤੁਸੀਂ ਗੋਲੀकांड ਉੱਥੇ ਕੀਤਾ ਚੌਂਕ ਮਹਿਤੇ, ਉਹਨਾਂ ਦੀ ਪੀਸਫੁਲ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਕੰਪਨਸੇਸ਼ਨ ਦਿਓ, ਔਰ ਹੋਰ 1-2 ਡਿਮਾਂਡ ਸਨ। ਉਹਨਾਂ ਨੇ 43 ਸਾਲ ਭਾਈ ਗਜਿੰਦਰ ਸਿੰਘ, ਦੇਖੋ ਜਦੋਂ ਭਾਈ ਸਾਹਿਬ ਭਾਈ ਗੁਰਿੰਦਰਜੀਤ ਸਿੰਘ ਬਿਆਨ ਕਰ ਰਹੇ ਸੀ, ਇਹ ਸੌਖਾ ਨਹੀਂ ਹੈ। ਅਸੀਂ ਸਾਰੇ ਜਿਹੜੇ ਪਰਿਵਾਰ ਪਾਲਦੇ ਹੈ ਜਾਂ ਉਸ ਸਾਰੇ 'ਚੋਂ ਨਿਕਲਦੇ ਹੈ, ਇਮੈਜਿਨ ਕਰਕੇ ਦੇਖੋ ਕਿਸ ਲੈਵਲ ਦੀਆਂ ਟੈਂਪਟੇਸ਼ਨਸ ਵੀ ਹੋਣਗੀਆਂ। ਔਰ ਇਹ ਗੱਲ ਔਨ ਰੈਕਰਡ ਹੈ ਕਿ ਇੱਕ ਸਟੇਜ 'ਤੇ ਜਥੇਦਾਰ ਗੁਰਚਰਨ ਸਿੰਘ ਟਰੌੜਾ ਨੇ ਇਹ ਆਫਰ ਕੀਤੀ ਔਰ ਕਾਫੀ ਆਪਣੇ ਵੱਲੋਂ ਕਲੀਅਰ ਕਰਕੇ ਕਿ ਮੇਰੀ ਖਾਹਿਸ਼ ਹੈ ਕਿ ਮੈਂ ਭਾਈ ਗਜਿੰਦਰ ਸਿੰਘ ਨੂੰ ਪਾਰਲੀਮੈਂਟ 'ਚ ਦੇਖਾਂ, ਅਤੇ ਮੈਂ ਪਟਿਆਲੇ ਦੀ ਸੀਟ, ਉਹਨਾਂ ਜ਼ਮਾਨਿਆਂ 'ਚ ਹੁੰਦਾ ਸੀ ਜੀ, ਲੁਧਿਆਣਾ ਤਲਵੰਡੀ ਖਲੋ ਗਿਆ, ਪਟਿਆਲੇ ਤੋਂ ਟਰੌੜਾ ਖਲੋ ਗਿਆ, ਇੱਧਰੋਂ ਫਰੀਦਕੋਟ ਜਾਂ ਫਿਰੋਜ਼ਪੁਰ ਵੱਲੋਂ ਬਾਦਲ ਆ ਜਾਂਦਾ ਸੀ, ਕਿ ਭਾਈ ਗਜਿੰਦਰ ਸਿੰਘ ਦੇ ਨਾਂ ਮੈਂ ਉਹਨਾਂ ਨੂੰ ਚੋਣ ਲੜਾਵਾਂ। ਔਰ ਉਸ ਪੀਰੀਅਡ 'ਚ ਕਿਉਂਕਿ ਆਲਰੇਡੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ 14 ਸਾਲ ਜੇਲ੍ਹ ਵੀ ਕੱਟੀ, ਲੇਕਿਨ ਜਦੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ, ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਸੋਚ ਕੇ ਦੱਸਦਾ। ਉਹਨਾਂ ਨੇ ਕੁਛ ਦੇਰ ਬਾਅਦ ਹੀ ਉਹਨਾਂ ਨੂੰ ਟਰੌੜਾ ਸਾਹਿਬ ਨੂੰ ਕਿਹਾ ਜੀ ਤੁਹਾਡਾ ਬਹੁਤ ਸ਼ੁਕਰੀਆ, ਅਸੀਂ ਜਿਸ ਰਸਤੇ 'ਤੇ ਤੁਰੇ ਹਾਂ। ਔਰ ਇਹ ਗੱਲ ਇਕੱਲੀ 5 ਤੀਰ ਹੋਰ ਨਹੀਂ, ਉਹਨਾਂ ਦੀ ਦੂਸਰੀ ਪੁਸਤਕ ਗੰਗੂ ਦੀ ਰੂਹ, ਅਤੇ ਜਦੋਂ ਗੰਗੂ ਦੀ ਰੂਹ ਦਾ ਜ਼ਿਕਰ ਕਰਦੇ ਨੇ ਉਹ ਸਾਰੀ ਪਾਰਲੀਮੈਂਟ ਦਾ ਜ਼ਿਕਰ ਕਰਦੇ ਨੇ। ਜਦੋਂ ਰਾਜ ਦੀ ਗੱਲ ਕਰਦੇ ਨੇ ਉਹ ਲਾਲ ਕਿਲ੍ਹੇ ਦੇ ਕੋਲੋਂ ਲੰਘਦੇ ਆ, ਉਹ ਇਮੈਜਿਨ ਕਰਦੇ ਨੇ ਕਿ ਇਹ ਲਾਲ ਕਿਲ੍ਹਾ ਅੱਜ ਮੈਨੂੰ ਝੁਕਦਾ ਨਹੀਂ ਹੈ, ਸਲਾਮ ਨਹੀਂ ਕਰਦਾ ਹੈ, ਅੱਜ ਬਘੇਲ ਸਿੰਘ ਨਹੀਂ ਹੈ ਅਰਾਊਂਡ। ਸੋ ਜਿਹੜਾ ਰਾਜ ਦਾ ਕਾਨਸੈਪਟ ਰਗੋ ਰੇਸ਼ੇ 'ਚ ਸੀ ਉਹਨਾਂ ਜ਼ਮਾਨਿਆਂ 'ਚ 70ਵਿਆਂ ਦੇ ਵਿੱਚ, ਉਸ ਨੇ ਰੰਗ ਫੜਿਆ। ਔਰ ਸਰ ਕਪੂਰ ਸਿੰਘ ਇਹਨਾਂ ਦੇ ਵੱਡੇ ਗਾਈਡ ਵੀ ਸਨ ਉਸ ਪੀਰੀਅਡ ਦੇ ਵਿੱਚ, ਜਦੋਂ ਕਿ ਇਹ ਸਾਰਾ ਪਾਰਟ ਅਜੇ ਖਾਲਿਸਤਾਨ ਲਫ਼ਜ਼ ਬਹੁਤਿਆਂ ਲਈ ਜੂਨ 84 ਤੋਂ ਬਾਅਦ ਆਇਆ। ਲੇਕਿਨ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਸਿਨੇਰੀਓ ਹੋਏ, ਦੂਸਰਾ ਹੋਏ, ਸਿੱਖ ਸਫਿਸਟੀਕੇਟਸ ਫੋਰਮ ਦੇ ਥੱਲੇ 3-4 ਸੈਮੀਨਾਰ ਖਾਲਿਸਤਾਨ ਵਾਈ ਨਾਟ ਇਸ ਦੇ ਵਿੱਚ ਵੀ ਹੋਏ। ਜਿਹੜੀਆਂ ਸਾਂਝਾਂ ਅਸੀਂ 2 ਕੌਮਾਂ ਦੀਆਂ ਦੇਖੀਆਂ, ਜਾਂ ਪਾਕਿਸਤਾਨ ਦੇ ਵਿੱਚ ਇੱਕ ਸਟੇਜ ਬਿਲਕੁਲ ਡਿਫਰੈਂਟ ਸੀ ਪ੍ਰੀ 84, ਸਿੱਖਾਂ ਪ੍ਰਤੀ ਕੀ ਵਿਚਾਰ ਸੀ, ਸਿੱਖ ਬੱਚੇ ਬੱਚੀਆਂ ਜਿਹੜੇ ਸਕੂਲਾਂ ਵਿੱਚ ਸਨ ਐਡਮਿਟ ਹੀ ਨਹੀਂ ਸੀ ਹੁੰਦੇ। ਔਰ ਅੱਜ ਤਾਂ ਜਦੋਂ ਹੁੰਦਾ ਜੀ ਕਰਤਾਰਪੁਰ ਕੋਰੀਡੋਰ ਖੁੱਲ੍ਹ ਗਿਆ, 20 ਗੁਰਦੁਆਰੇ ਖੁੱਲ੍ਹ ਗਏ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਇਹ ਚੇਂਜ ਓਵਰਨਾਈਟ ਨਹੀਂ ਹੋਈ, ਇਹ 4 ਦਹਾਕਿਆਂ 'ਚ ਭਾਈ ਗਜਿੰਦਰ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਔਰ ਹੋਰ ਬਹੁਤ ਸਾਰੇ ਜਿਹੜੇ ਉੱਥੇ ਬੈਠੇ ਵੈਲ ਵਿਸ਼ਰ, ਜਿਨ੍ਹਾਂ 'ਚੋਂ ਇੱਕ ਜਿਹੜੇ ਮਿਸਟਰ ਅਜ਼ੀਮ ਜਿਨ੍ਹਾਂ ਨੇ ਪਿਛਲੇ ਹਫ਼ਤੇ ਚੜ੍ਹਾਈ ਕੀਤੀ ਹੈ, ਇਹ ਸਾਰੇ ਬਹੁਤ ਸਾਰੇ ਸਿੱਖ ਦੋਸਤ, ਡਾਕਟਰ ਇਕਤਾਰ ਕਰਾਮਤ ਚੀਮਾ ਜਿਹੜੇ ਹੁਣ UK ਦੇ ਸਿਟੀਜ਼ਨ ਨੇ, ਇਹਨਾਂ ਦਾ ਐਫਰਟ ਸੀ ਇਹ ਸਾਰਾ ਮਾਹੌਲ ਬਦਲਣ ਦੇ ਵਿੱਚ। ਔਰ ਇਸ ਸਾਰੇ 'ਚੋਂ ਕਨਕਲੂਜਨ 'ਚ ਮੈਂ ਇਹ ਕਹਾਂ, ਸਰ ਹਰਸਿਮਰਨ ਸਿੰਘ, ਉਹਨਾਂ ਦੀ ਸਭ ਤੋਂ ਪਹਿਲਾਂ ਗ੍ਰਿਫਤਾਰੀ ਜਨਵਰੀ 82 ਦੇ ਵਿੱਚ ਹੁੰਦੀ ਹੈ। ਔਰ ਉਸ ਤੋਂ ਬਾਅਦ ਉਹ ਇਹ ਰਿਅਲਾਈਜ਼ ਕਰਦੇ ਨੇ, ਜਾਂ ਉਹਨਾਂ ਨੂੰ ਲੱਗਾ ਕਿ ਭਾਈ ਜਿਹੜਾ ਆਪਣਾ ਜ਼ਿੰਦਗੀ ਦਾ ਬਾਕੀ 2-3 ਸਾਲ ਉਹਨਾਂ ਨੇ ਜੇਲ੍ਹ ਕੱਟੀ, ਕਿ ਲਿਟਰਰੀ ਫੀਲਡ ਦੇ ਵਿੱਚ ਕੌਮ ਨੂੰ ਸਿਧਾਂਤਕ ਤੌਰ ਦੇ ਉੱਤੇ ਖਾਲਿਸਤਾਨ ਦੇ ਮੁੱਦੇ 'ਤੇ, ਸੋਵਰਨਿਟੀ ਦੇ ਮੁੱਦੇ 'ਤੇ ਉਹਨਾਂ ਨੇ ਫਿਰ ਉਸ ਫੀਲਡ ਨੂੰ ਚੁਣਿਆ। ਔਰ ਉਸ ਦਾ ਨਤੀਜਾ 18 ਤੋਂ ਜ਼ਿਆਦਾ ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਬੜੀਆਂ ਯੂਨੀਕ ਨੇ, ਬਿਗ ਵੋਲਿਊਮ ਨੇ, ਲੇਕਿਨ ਸਿਧਾਂਤਕ ਪਾਰਟ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਸੰਘਰਸ਼ ਨੇ
ਇਹ ਠੀਕ ਹੈ। ਜਜ਼ਬਾਤ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ। ਸਿੱਖ ਕੌਮ ਦੀ ਇਹ ਬਿਊਟੀ ਹੈ ਕਿ ਇੱਕ ਜਜ਼ਬਾਤ ਕਿਤੇ ਵੀ ਹੁੰਦਾ ਅਸੀਂ ਖੜੇ ਹੋ ਜਾਂਦੇ ਹਾਂ। ਇਹ ਵੱਖਰੀ ਕਹਾਣੀ ਹੈ ਕਿ ਉਸ ਦੀ ਵਰਤੋਂ ਜਾਂ ਕੁਵਰਤੋਂ ਦੂਸਰੇ ਵੀ ਕਰਦੇ ਨੇ। ਕਾਕਰੋਚ ਜਨਤਾ ਪਾਰਟੀ ਦੇ ਨਾਂ ਥੱਲੇ ਜੋ ਕੁਛ ਡਰਾਮਾ ਜਿਹਾ ਨੌਟੰਕੀ, ਜਿਸ ਨੂੰ ਮੈਂ ਅੰਨਾ ਹਜ਼ਾਰੇ ਪਾਰਟ 2 ਕਹਿੰਦੇ, ਉਸ ਦੇ ਵਿੱਚ ਵੀ ਚਲੋ ਜਿੱਥੋਂ ਤੱਕ ਗੁਰਦੁਆਰਿਆਂ ਦਾ ਖੁੱਲ੍ਹਣਾ ਸੀ ਉਹ ਤਾਂ ਸਮਝ ਆ ਸਕਦਾ ਹੈ। ਲੰਗਰ ਔਰ ਦੂਸਰਾ ਤੀਸਰਾ ਉਹ ਸਾਡੀ ਪ੍ਰੋਗਰਾਮਿੰਗ ਹੈ, ਉਹ ਗੁਰੂ ਦਾ ਸੁਨੇਹਾ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਈਵਨ ਨਿਹੰਗ ਬਾਣੇ ਨੂੰ ਵਰਤਿਆ ਗਿਆ ਹੈ ਜਾਂ ਵਰਤਿਆ ਜਾ ਰਿਹਾ, ਜਾਂ ਅੱਜ ਇਹ ਜਾਲੀ ਕਿਸਮ ਦੇ ਨਿਹੰਗ ਵੱਡੀਆਂ ਵੱਡੀਆਂ ਛਾਉਣੀਆਂ ਤੁਹਾਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਦੂਜੇ ਤੀਜੇ ਮੁਲਕਾਂ ਤੋਂ ਲੈ ਕੇ ਅਮਰੀਕਾ, ਕੈਨੇਡਾ, ਇਸ ਗੱਲ ਦਾ ਧਿਆਨ ਰਹੇ ਜਿਹੜੇ ਸੱਚਮੁੱਚ ਇਸ ਜਦੋਂ ਅਸੀਂ ਕਹਿੰਦੇ ਹਾਂ ਕਿ ਫਿਰ ਪ੍ਰਗਟੇ ਸਿੰਘ ਭੁਜੰਗੀ ਹੈ ਨਿਲੰਬਰ ਧਾਰ ਹੈ, ਇਹ ਨੀਲੇ ਅੰਬਰ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਣਾ, ਇਹ ਸਾਡੇ ਲਈ ਸਤਿਕਾਰਤ ਹੈ। ਔਰ ਜਿਹੜਾ ਨਿਹੰਗ ਜਥੇਬੰਦੀਆਂ ਡਿਸਪਲਨ ਦੇ ਵਿੱਚ ਪੰਥ ਦੇ ਏਜੰਡੇ 'ਚ ਰਹਿੰਦੇ ਆ ਕੰਮ ਕਰਦੀਆਂ ਨੇ, ਉਹਨਾਂ ਅੱਗੇ ਸਾਡਾ ਸਿਰ ਝੁਕਦੇ। ਪਰ ਜਿਹੜੀ ਇਨਫਿਲਟ੍ਰੇਸ਼ਨ ਜਿਸ ਲੈਵਲ 'ਤੇ ਹੋ ਰਹੀ ਹੈ, ਭਾਈ ਗਜਿੰਦਰ ਸਿੰਘ ਵੀ, ਭਾਈ ਹਰਸਿਮਰਨ ਸਿੰਘ ਵੀ, ਉਹ ਅਕਸਰ ਮਿਲਦੇ ਰਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਸੋਵਰਨਿਟੀ ਦੇ ਮੁੱਦੇ ਦੇ ਉੱਤੇ ਅੱਡ-ਅੱਡ ਬੈਠਕਾਂ ਦੇ ਵਿੱਚ। ਔਰ ਉਹਨਾਂ ਨੇ ਹਮੇਸ਼ਾ ਇਹ ਕਹਿਣ ਦਾ ਯਤਨ ਕੀਤਾ ਕਿ ਜਦੋਂ ਅਸੀਂ ਸਿਧਾਂਤ ਤੋਂ ਲਾਂਭੇ ਜਾਵਾਂਗੇ ਉਦੋਂ ਕੁੱਟ ਖਾਵਾਂਗੇ, ਉਦੋਂ ਜਿਹੜਾ ਉਹ ਅਸੀਂ ਕਮਜ਼ੋਰ ਹੋਵਾਂਗੇ। ਸੋ ਸਤਿਗੁਰੂ ਰਹਿਮਤ ਕਰਨ, ਉਹਨਾਂ ਨੇ ਆਪਣੀ ਪ੍ਰੀਤ ਗੁਰੂ ਦੇ ਨਾਲ ਸੇਵਕ ਕੀ ਓੜਕ ਨਿਭੀ ਪ੍ਰੀਤ, 43 ਸਾਲ ਦੀ ਜਲਾਵਤਨੀ ਪਰ ਜਵਾਨੀ 'ਚ ਜਿਸ ਸਫ਼ਰ ਨੂੰ ਸ਼ੁਰੂ ਕੀਤਾ, ਔਡਸ ਦੇ ਬਾਵਜੂਦ, ਪਰਿਵਾਰ ਦੀ ਸੈਪਰੇਸ਼ਨ ਦੇ ਬਾਵਜੂਦ ਉਹਨਾਂ ਨੇ ਤੋੜ ਨਿਭਾਇਆ। ਸਤਿਗੁਰੂ ਰਹਿਮਤ ਕਰਨ ਉਹਨਾਂ ਦੇ ਲਈ। ਤਾਂ ਅਸੀਂ ਇਹੀ ਗੁਰੂ ਤੋਂ ਮੰਗਦੇ ਕਿ ਉਸ ਕਿਸਮ ਦੀ ਸੋਚ, ਉਸ ਕਿਸਮ ਦੀ ਦ੍ਰਿੜਤਾ, ਉਸ ਕਿਸਮ ਦਾ ਜਿਹੜਾ ਬਿਲਕੁਲ ਜਿਹੜੀ ਜਿਵੇਂ ਨੂੰ ਕਹਿੰਦੇ ਨੇ ਕਿ ਵੀ ਅੱਖ ਨਿਸ਼ਾਨੇ ਦੇ ਉੱਤੇ ਹੈ, ਕਿ ਇਹੀ ਨਜ਼ਰ ਆਉਂਦਾ ਹੈ। ਜਿਹਨੂੰ ਇੱਕ ਵਾਰ ਅਮਰੀਕਨ ਫੌਜੀ ਜਨਰਲ ਨੂੰ ਪੁੱਛਿਆ ਸੀ ਕਿ ਤੁਹਾਡਾ ਯੂਥ ਲਈ ਮੈਸੇਜ ਕੀ ਹੈ, ਤਾਂ ਉਹਨੇ ਕਿਹਾ ਵੀ ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦ ਆਈਜ਼ ਫਿਕਸਡ ਔਨ ਯੋਰ ਗੋਲ। ਸੋ ਉਹਨਾਂ ਨੇ ਜਿਸ ਗੋਲ ਨੂੰ ਚੁਣਿਆ ਉਸ 'ਤੇ ਸਾਬਤ ਕਦਮਾਂ ਨਾਲ ਪੂਰੇ ਉਤਰੇ। ਸਤਿਗੁਰੂ ਰਹਿਮਤ ਕਰਨ, ਸਾਨੂੰ ਵੀ ਉਸ ਰਸਤੇ 'ਤੇ ਉਸੇ ਦ੍ਰਿੜਤਾ ਨਾਲ, ਉਸੇ ਮਜ਼ਬੂਤੀ ਨਾਲ, ਉਸੇ ਫੇਥ ਨਾਲ, ਉਸੇ ਈਮਾਨ ਨਾਲ, ਕਿਉਂਕਿ ਇਹ ਗੁਰੂ ਦਾ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਸਾਡਾ ਸਿਦਕ ਵਿਸ਼ਵਾਸ ਰਹੇ ਔਰ ਇਹ ਸਾਡਾ ਫੇਥ ਹੈ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਉਹ ਦਿਨ ਬਹੁਤੀ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਔਰ ਇਸ ਨਿਊਯਾਰਕ ਦੇ UN ਹੈੱਡਕੁਆਰਟਰ ਦੇ ਬਾਹਰ 193 ਸੋਵਰਨ ਮੁਲਕਾਂ ਦੇ ਨਾਲ ਸੋਵਰਨ ਮੁਲਕ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।